ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੀਬਟ ਐਜੂਕੇਅਰ ਅੱਜ ਤੁਹਾਡੇ ਲਈ ਲੈ ਕੇ ਆ ਰਹੇ ਨੇ ਜੀ ਇੱਕ ਨਵਾਂ ਟੈਸਟ ਜਿਸ ਦਾ ਨਾਮ ਹੈ ਆਕਿਊਪੇਸ਼ਨਲ ਇੰਗਲਿਸ਼ ਟੈਸਟ। ਇਸ ਟੈਸਟ ਬਾਰੇ ਅਸੀਂ ਤੁਹਾਨੂੰ ਅੱਜ ਜਾਣੂ ਕਰਵਾਵਾਂਗੇ ਸਾਡੀ ਇਸ ਵੀਡੀਓ ਦੇ ਰਾਹੀਂ ਕਿ ਇਸ ਟੈਸਟ ਨੂੰ ਕੌਣ ਦੇ ਸਕਦਾ ਹੈ, ਕੌਣ ਇਸ ਟੈਸਟ ਤੋਂ ਵੱਧ ਲਾਭ ਉਠਾ ਸਕਦਾ ਹੈ ਜੀ। ਸੋ ਚਲੋ ਅੱਗੇ ਵਧਦੇ ਹਾਂ ਕਿ ਇਸ ਟੈਸਟ ਦੇ ਵਿੱਚ ਹੈ ਕੀ। ਸੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ OET ਟੈਸਟ ਹੈ ਕੀ, ਇਸ ਟੈਸਟ ਨੂੰ ਕੌਣ ਲੈ ਸਕਦਾ ਹੈ, ਕਿਹੜੀਆਂ ਕੰਟਰੀਜ਼ ਦੇ ਵਿੱਚ ਇਹ ਟੈਸਟ ਵੈਲਿਡ ਹੈ, ਇਸ ਟੈਸਟ ਦੇ ਵਿੱਚ ਐਗਜ਼ੈਕਟਲੀ ਆਪਾਂ ਕੀ ਟੈਸਟ ਕਰ ਰਹੇ ਹਾਂ, ਇਸ ਟੈਸਟ ਦੀ ਸਕੋਰਿੰਗ ਕਿਸ ਤਰੀਕੇ ਨਾਲ ਹੁੰਦੀ ਹੈ ਐਂਡ OET ਦੇ ਐਗਜ਼ਾਮ ਕਿਸ ਤਰੀਕੇ ਨਾਲ ਹੁੰਦਾ, ਉਸ ਦੀਆਂ ਡੀਟੇਲਸ ਕੀ ਨੇ, ਉਸ ਦਾ ਕੀ ਪੈਟਰਨ ਰਹਿੰਦਾ ਆ, ਉਸ ਦੀ ਕੀ ਫੀਸ ਰਹਿੰਦੀ ਹੈ। ਇਸ ਸਭ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਅੱਜ ਜਾਣਕਾਰੀ ਦੇਣ ਜਾ ਰਹੇ ਹਾਂ ਐਂਡ ਅਖੀਰ ਵਿੱਚ ਅਸੀਂ ਡਿਸਕਸ ਕਰਾਂਗੇ ਕਿ OET ਦਾ ਟੈਸਟ ਦੇਣ ਵਿੱਚ ਤੁਹਾਡਾ ਕੀ ਫਾਇਦਾ ਹੈ, ਤੁਸੀਂ ਕਿੱਦਾਂ ਇਸ ਤਰੀਕੇ ਨਾਲ ਇਸ ਤੋਂ ਬੈਨੀਫਿਟ ਕਰ ਸਕਦੇ ਹੋ। ਓਕੇ, ਸੋ ਮੂਵਿੰਗ ਔਨ। ਸਭ ਤੋਂ ਪਹਿਲਾਂ ਹੈ ਜੀ OET ਦੀ ਇੰਟਰੋਡਕਸ਼ਨ। ਸੋ OET ਇਜ਼ ਐਨ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟ। एक इंटरनेशनल इंग्लिश लैंग्वेज टेस्ट है। ਇਹ ਟੈਸਟ ਹੈ ਜੋ ਇਹ ਤੁਹਾਡੀ ਪ੍ਰੋਫੀਸ਼ੀਐਂਸੀ ਅਸੈਸ ਕਰਦਾ ਹੈ। ਅਗਰ ਤੁਸੀਂ ਇੱਕ ਮੈਡੀਕਲ ਪ੍ਰੋਫੈਸ਼ਨਲ ਹੋ, ਜਿਵੇਂ ਕਿ ਅਗਰ ਤੁਸੀਂ ਨਰਸਿੰਗ ਪ੍ਰੋਫੈਸ਼ਨ ਵਿੱਚ ਹੋ ਜਾਂ ਤੁਸੀਂ ਕੋਈ ਫਿਜ਼ੀਓਥੈਰੇਪਿਸਟ ਹੋ ਜਾਂ ਫਾਰਮਾਸਿਸਟ ਹੋ ਐਂਡ ਅਗਰ ਤੁਸੀਂ ਕਿਸੇ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਮਾਈਗ੍ਰੇਟ ਕਰਨਾ ਚਾਹੁੰਦੇ ਹੋ, ਅਬਰੋਡ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ, ਉਸ ਲਈ ਤੁਸੀਂ ਇਸ ਟੈਸਟ ਦਾ ਸਭ ਤੋਂ ਵੱਧ ਲਾਭ ਉਠਾ ਸਕਦੇ ਹੋ। ਸੋ ਇਸ ਟੈਸਟ ਦੇ ਵਿੱਚ ਜੀ ਟੈਸਟ ਕੀਤੀ ਜਾਂਦੀ ਹੈ ਤੁਹਾਡੀ ਪ੍ਰੋਫੈਸ਼ਨਲ ਸੈਟਿੰਗ ਦੇ ਵਿੱਚ ਕੰਡਕਟ ਕਰਨ ਦਾ ਤੁਹਾਡਾ ਤਰੀਕਾ। ਇਹ ਟੈਸਟ ਤੁਹਾਡੀ ਪ੍ਰੋਫੈਸ਼ਨਲ ਨੌਲੇਜ ਦਾ ਟੈਸਟ ਨਹੀਂ ਹੈ, ਇਹ ਟੈਸਟ ਹੈ ਕਿ ਤੁਸੀਂ ਇੱਕ ਹੈਲਥ ਕੇਅਰ ਸੈਟਿੰਗ ਦੇ ਵਿੱਚ ਕਿਸ ਤਰੀਕੇ ਨਾਲ ਪੇਸ਼ੈਂਟਸ ਨਾਲ ਡੀਲ ਕਰਦੇ ਹੋ। ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਫੋਰਨ ਕੰਟਰੀਜ਼ ਦੇ ਵਿੱਚ ਹੈਲਥ ਕੇਅਰ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ। ਉੱਥੋਂ ਦੇ ਜੋ ਲੋਕ ਨੇ ਉਹ ਆਪਣੇ ਪੇਸ਼ੈਂਟਸ, ਆਪਣੇ ਸਿਟੀਜ਼ਨਸ ਨੂੰ ਬਹੁਤ ਵੈਲਿਊਏਬਲ ਟਰੀਟ ਕਰਦੇ ਨੇ। ਤੇ ਇਸ ਟੈਸਟ ਦੇ ਰਾਹੀਂ ਅਸੀਂ ਇਹੀ ਚੀਜ਼ ਸਿੱਖਣੀ ਹੈ ਤੇ ਇਹੀ ਚੀਜ਼ ਆਪਾਂ ਦਿਖਾਉਣੀ ਹੈ ਕਿ ਅਸੀਂ ਇੱਕ ਹੈਲਥ ਕੇਅਰ ਸੈਟਿੰਗ ਦੇ ਵਿੱਚ ਕਿੱਦਾਂ ਇੱਕ ਬਿਹਤਰ ਤਰੀਕੇ ਨਾਲ ਆਪਣੇ ਆਪ ਨੂੰ ਕੰਡਕਟ ਕਰ ਸਕਦੇ ਹਾਂ। ਸੋ ਦੇਖੋ ਜੀ, ਇਸ ਟੈਸਟ ਦੇ ਵਿੱਚ ਟੈਸਟ ਕੀ ਕੀਤਾ ਜਾਂਦਾ ਹੈ। ਜਿੱਦਾਂ ਕਿ ਤੁਹਾਨੂੰ ਆਇਲਸ ਟੈਸਟ ਦੇ ਬਾਰੇ ਜਾਣਕਾਰੀ ਹੋਵੇਗੀ ਕਿ ਆਇਲਸ ਟੈਸਟ ਦੇ ਵਿੱਚ ਆਪਾਂ ਨੂੰ 4 ਮੋਡਿਊਲਸ ਟੈਸਟ ਕੀਤੇ ਜਾਂਦੇ ਨੇ: ਲਿਸਨਿੰਗ, ਰੀਡਿੰਗ, ਰਾਈਟਿੰਗ ਐਂਡ ਸਪੀਕਿੰਗ। ਉਸੇ ਤਰੀਕੇ ਨਾਲ ਇਹਦੇ ਵਿੱਚ ਵੀ ਟੈਸਟ ਹੁੰਦਾ ਹੈ ਜੀ ਲਿਸਨਿੰਗ, ਰੀਡਿੰਗ, ਰਾਈਟਿੰਗ ਐਂਡ ਸਪੀਕਿੰਗ। ਓਕੇ, ਸੋ ਆਪਣੇ ਇਹੀ 4 ਮੋਡਿਊਲਸ ਇਸ ਵਿੱਚ ਟੈਸਟ ਕੀਤੇ ਜਾਂਦੇ ਨੇ। ਨਾਓ ਇਸ ਦੀ ਡੀਟੇਲ ਦੇ ਵਿੱਚ ਆਪਾਂ ਅੱਗੇ ਜਾਣਕਾਰੀ ਲੈਣੇ ਆ। ਸੋ ਇਸ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ OET ਦੇ ਟੈਸਟ ਕੌਣ-ਕੌਣ ਅਟੈਂਪਟ ਕਰ ਸਕਦਾ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਆਇਲਸ ਦਾ ਟੈਸਟ ਜੋ ਹੈ ਉਸ ਨੂੰ ਕੋਈ ਵੀ ਜਨਰਲੀ ਜੋ ਵੀ ਜਨਰਲ ਪ੍ਰੋਫੈਸ਼ਨ ਦੇ ਬੰਦੇ ਅਟੈਂਪਟ ਕਰ ਸਕਦੇ ਨੇ, ਪਰ OET ਦਾ ਜੋ ਟੈਸਟ ਹੈ ਇਸ ਨੂੰ ਸਿਰਫ ਹੈਲਥ ਪ੍ਰੋਫੈਸ਼ਨਲਸ ਹੀ ਅਟੈਂਪਟ ਕਰ ਸਕਦੇ ਨੇ। ਜੋ ਵੀ ਕੋਈ ਆਦਮੀ ਜਾਂ ਜੋ ਵੀ ਕੋਈ ਹੈ ਜੋ ਮੈਡੀਕਲ ਪ੍ਰੋਫੈਸ਼ਨ ਨਾਲ ਸੰਬੰਧ ਰੱਖਦਾ ਹੈ ਉਹ OET ਦਾ ਟੈਸਟ ਲੈ ਸਕਦੇ ਨੇ। ਸੋ OET ਡਿਜ਼ਾਈਨ ਕੀਤਾ ਗਿਆ ਹੈ ਜੀ 12 ਹੈਲਥ ਕੇਅਰ ਪ੍ਰੋਫੈਸ਼ਨਲਸ ਲਈ, ਜਿਨ੍ਹਾਂ ਦੇ ਨਾਮ ਤੁਹਾਡੇ ਸਾਹਮਣੇ ਸਕਰੀਨ ਤੇ ਡਿਸਪਲੇ ਹੋ ਰਹੇ ਨੇ। ਇਹ 12 ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਜਿਵੇਂ ਕਿ ਡੈਂਟਿਸਟਰੀ, ਡਾਇਟੈਟਿਕਸ, ਮੈਡੀਸਿਨ, ਨਰਸਿੰਗ, ਆਕਿਊਪੇਸ਼ਨਲ ਥੈਰੇਪੀ, ਆਪਟੋਮੈਟਰੀ, ਫਾਰਮੇਸੀ, ਫਿਜ਼ੀਓਥੈਰੇਪੀ, ਪੋਡੀਆਟਰੀ, ਰੇਡੀਓਗ੍ਰਾਫੀ, speech pathology and veterinary science। ਸੋ ਜੋ ਇਹ 12 ਪ੍ਰੋਫੈਸ਼ਨਸ ਨੇ ਜੀ, ਇਹਨਾਂ ਦੇ ਵਿੱਚੋਂ ਕੋਈ ਵੀ ਜੋ ਵੀ ਪਰਸਨ ਬਿਲੋਂਗ ਕਰਦੇ ਨੇ ਉਹ OET ਦਾ ਟੈਸਟ ਅਟੈਂਪਟ ਕਰ ਸਕਦੇ ਨੇ। ਓਕੇ, ਐਂਡ ਇਸ ਟੈਸਟ ਦੀ ਅਸੀਂ ਕੰਪਲੀਟ ਕਲਾਸਿਸ ਪ੍ਰੋਵਾਈਡ ਕਰ ਰਹੇ ਹਾਂ। ਓਕੇ, ਸਪੈਸ਼ਲੀ ਫॉर द ਨਰਸਿੰਗ ਪ੍ਰੋਫੈਸ਼ਨ। ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਇਸ ਟੈਸਟ ਦੀ ਬਹੁਤ ਅੱਛੇ ਤਰੀਕੇ ਨਾਲ ਅਸੀਂ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਐਂਡ ਅਗਰ ਤੁਸੀਂ ਵੀ ਇਹਨਾਂ ਵਿੱਚੋਂ ਕਿਸੇ ਵੀ ਮੈਡੀਕਲ ਪ੍ਰੋਫੈਸ਼ਨ ਨਾਲ ਸੰਬੰਧ ਰੱਖਦੇ ਹੋ ਤਾਂ ਤੁਸੀਂ ਸਾਡੇ ਨਾਲ OET ਦੀਆਂ ਕਲਾਸਿਸ ਅਟੈਂਪਟ ਕਰ ਸਕਦੇ ਹੋ, ਜੋ ਕਿ ਆਨਲਾਈਨ ਤੇ ਆਫਲਾਈਨ ਦੋਨੋਂ ਮੋਡਸ ਵਿੱਚ ਸਾਡੇ ਕੋਲ ਅਵੇਲੇਬਲ ਨੇ। ਓਕੇ, ਮੂਵਿੰਗ ਔਨ। ਅਗਰ ਆਪਾਂ ਅੱਗੇ ਵਧੀਏ ਤਾਂ ਅੱਗੇ ਆਪਾਂ ਦੇਖਦੇ ਹਾਂ ਕਿ ਸਵਾਲ ਹੁੰਦਾ ਮਨ ਦੇ ਵਿੱਚ ਕਿ ਅਗਰ ਅਸੀਂ OET ਅਟੈਂਪਟ ਕਰਦੇ ਹਾਂ ਤਾਂ OET ਕਿਹੜੀਆਂ ਕੰਟਰੀਜ਼ ਦੇ ਵਿੱਚ ਸਾਨੂੰ ਓਪਰਚੁਨਿਟੀਜ਼ ਪ੍ਰੋਵਾਈਡ ਕਰ ਸਕਦਾ। ਸੋ ਇਹ ਦੇਖੋ ਜੀ, OET ਮੇਜਰ ਜੋ ਨੇਸ਼ਨਸ ਨੇ ਜੋ ਆਪਾਂ ਨੂੰ ਬੈਨੀਫਿਟਸ ਪ੍ਰੋਵਾਈਡ ਕਰਦੇ ਨੇ ਉਹਨਾਂ ਸਭ ਵਿੱਚ OET ਵੈਲਿਡ ਹੈ। ਸਪੈਸ਼ਲੀ ਮੈਡੀਕਲ ਪ੍ਰੋਫੈਸ਼ਨਸ ਨੂੰ ਇਹ ਟੈਸਟ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿੰਦਾ ਆ। ਸੋ OET is recognized and trusted by more than 30 regulatory healthcare bodies and councils in UK, Ireland, US, Australia,
ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ ਐਂਡ ਸੋ ਮੈਨੀ ਅਦਰ ਕੰਟਰੀਜ਼ ਜਿਵੇਂ ਕਿ ਮਾਲਦੀਵਸ, ਮਾਲਟਾ, ਬਹੁਤ ਕੰਟਰੀਜ਼ ਨੇ ਜੀ ਜਿੱਥੇ OET ਵੈਲਿਡ ਹੈ ਤੇ OET ਦੇ ਰਾਹੀਂ ਤੁਸੀਂ ਆਪਣੇ ਅਬਰੋਡ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। Okay, so another point is OET is used as a proof of a candidate's ability to communicate effectively in a demanding healthcare environment in various leading organizations। ਤਾਂ ਇਹ ਕੀ ਕਹਿ ਰਹੇ ਨੇ ਜੀ ਕਿ OET ਜੋ ਆਪਣਾ ਟੈਸਟ ਹੈ ਇਸ ਵਿੱਚ ਤੁਹਾਡੀ ਮੈਡੀਕਲ ਨੌਲੇਜ ਨਹੀਂ ਟੈਸਟ ਹੋ ਰਹੀ, ਇਹ ਟੈਸਟ ਹੋ ਰਿਹਾ ਹੈ ਕਿ ਤੁਸੀਂ ਹੈਲਥ ਕੇਅਰ ਸੈਟਿੰਗ ਦੇ ਵਿੱਚ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਹੋ, ਕਿੰਨੇ ਚੰਗੇ ਤਰੀਕੇ ਨਾਲ ਤੁਸੀਂ ਆਪਣੇ ਪੇਸ਼ੈਂਟਸ ਨਾਲ ਡੀਲ ਕਰ ਪਾ ਰਹੇ ਹੋ ਤੇ ਉਹਨਾਂ ਨੂੰ ਗਾਈਡ ਕਰ ਪਾ ਰਹੇ ਹੋ। ਸੋ ਜੋ OET ਹੈ ਜੀ ਇਹ ਰੈਕਗਨਾਈਜ਼ ਕੀਤਾ ਜਾਂਦਾ ਹੈ ਬਾਈ ਆਸਟ੍ਰੇਲੀਅਨ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਐਂਡ ਬਾਰਡਰ ਪ੍ਰੋਟੈਕਸ਼ਨ ਫॉर ਵੇਰੀਅਸ ਵੀਜ਼ਾ ਕੈਟੇਗਰੀਜ਼ ਕੰਸਿਸਟਿੰਗ ਆਫ ਵਰਕ ਵੀਜ਼ਾਸ। ਸੋ ਜੋ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਇਹਨਾਂ ਨੇ OET ਡਿਜ਼ਾਈਨ ਕੀਤਾ ਹੈ ਐਂਡ that is why ਆਸਟ੍ਰੇਲੀਆ ਦੇ ਵਿੱਚ OET ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਐਂਡ ਇਸ ਦੇ ਨਾਲ ਨਾਲ ਜਿਵੇਂ ਕਿ ਆਪਾਂ ਕੰਟਰੀਜ਼ ਦੀ ਗੱਲ ਕਰੀਏ ਤਾਂ ਯੂਨਾਈਟਿਡ ਕਿੰਗਡਮਸ ਇੱਕ ਅਜਿਹਾ ਨੇਸ਼ਨ ਹੈ ਜਿੱਥੋਂ ਦਾ ਹੈਲਥ ਕੇਅਰ ਸਾਰੀ ਦੁਨੀਆ ਦੇ ਵਿੱਚ ਬੈਸਟ ਮੰਨਿਆ ਜਾਂਦਾ। ਸੋ ਨੈਸ਼ਨਲ ਹੈਲਥ ਕੇਅਰ ਸਰਵਿਸ NHS ਜੋ ਕਿ UK ਦਾ ਹੈਲਥ ਕੇਅਰ ਸਰਵਿਸ ਹੈ, OET ਅਗਰ ਤੁਸੀਂ ਉੱਥੋਂ ਅਟੈਂਪਟ ਕਰਕੇ UK ਵਾਸਤੇ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਥ ਬੈਨੀਫਿਟਸ, ਸੋਸ਼ਲ ਬੈਨੀਫਿਟਸ ਤੇ ਪਰਸਨਲ ਬੈਨੀਫਿਟਸ ਪ੍ਰੋਵਾਈਡ ਕੀਤੇ ਜਾਂਦੇ ਨੇ। ਐਂਡ ਅਗਰ ਤੁਸੀਂ ਮੈਡੀਕਲ ਪ੍ਰੋਫੈਸ਼ਨ ਨੂੰ ਬਿਲੋਂਗ ਕਰਦੇ ਹੋ ਐਂਡ ਅਗਰ ਤੁਹਾਡਾ ਸੁਪਨਾ ਹੈ ਕਿ ਤੁਸੀਂ ਅਬਰੋਡ ਮੂਵ ਹੋਣਾ ਚਾਹੁੰਦੇ ਹੋ ਤਾਂ UK ਤੁਹਾਡੇ ਵਾਸਤੇ ਇੱਕ ਬਹੁਤ ਹੀ ਚੰਗੀ ਆਪਸ਼ਨ ਸਾਬਿਤ ਹੋ ਸਕਦਾ ਹੈ OET ਦੇ ਰਾਹੀਂ। ਓਕੇ, ਸੋ ਅਗਰ ਆਪਾਂ ਅੱਗੇ ਵਧੀਏ ਤਾਂ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ OET ਦਾ ਸਟਰਕਚਰ ਕੀ ਹੈ, ਕੀ ਕੁਝ OET ਦੇ ਵਿੱਚ ਟੈਸਟ ਕੀਤਾ ਜਾਂਦਾ ਹੈ, ਕਿੱਦਾਂ ਟੈਸਟ ਕੀਤਾ ਜਾਂਦਾ ਹੈ। ਓਕੇ, ਸੋ OET it is a validated reliable assessment of all 4 language skills ਜਿੱਦਾਂ ਕਿ ਆਪਾਂ ਗੱਲ ਕੀਤੀ ਕਿ ਇਹਦੇ ਵਿੱਚ ਤੁਹਾਡੇ ਲਿਸਨਿੰਗ ਸਕਿੱਲਸ, ਤੁਹਾਡੇ ਰੀਡਿੰਗ ਸਕਿੱਲਸ, ਰਾਈਟਿੰਗ ਐਂਡ ਸਪੀਕਿੰਗ ਸਕਿੱਲਸ ਟੈਸਟ ਕੀਤੇ ਜਾਂਦੇ ਨੇ with the emphasis on communication and healthcare professional setting। ਜੋ ਵੀ ਤੁਹਾਡੀ ਟੈਸਟਿੰਗ ਹੋਏਗੀ ਉਹ ਇੱਕ ਹੈਲਥ ਕੇਅਰ ਪ੍ਰੋਫੈਸ਼ਨਲ ਸੈਟਿੰਗ ਦੇ ਵਿੱਚ ਟੈਸਟਿੰਗ ਹੋਏਗੀ। ਓਕੇ, ਤੁਹਾਨੂੰ ਇਸ ਤਰੀਕੇ ਦੇ ਰੋਲ ਪਲੇਸ ਦਿੱਤੇ ਜਾਣਗੇ ਕਿ ਤੁਸੀਂ ਇੱਕ ਹੈਲਥ ਕੇਅਰ ਸੈਟਿੰਗ ਦੇ ਵਿੱਚ ਹੋ ਐਂਡ ਤੁਸੀਂ ਉੱਥੇ ਆਪਣੇ ਆਪ ਨੂੰ ਕਿੱਦਾਂ ਕੰਡਕਟ ਕਰੋਗੇ। ਸੋ ਜੀ ਅਗਰ ਆਪਾਂ ਗੱਲ ਕਰੀਏ ਲਿਸਨਿੰਗ ਮੋਡਿਊਲ ਦੀ, ਸੋ ਲਿਸਨਿੰਗ ਮੋਡਿਊਲ ਜੋ ਆਪਣਾ ਹੁੰਦਾ ਹੈ ਇਹ ਹੁੰਦਾ ਹੈ ਜੀ ਅਰਾਊਂਡ 45 ਮਿੰਟਸ ਦਾ। 45 ਮਿੰਟਸ ਦਾ ਲਿਸਨਿੰਗ ਮੋਡਿਊਲ ਹੁੰਦਾ ਹੈ ਜਿਸ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ, ਪਾਰਟ A, ਪਾਰਟ B ਐਂਡ ਪਾਰਟ C। ਸੋ ਪਾਰਟ A ਦੇ ਵਿੱਚ ਕੀ ਹੁੰਦਾ ਜੀ, ਪਾਰਟ A ਜੋ ਆਪਣਾ ਟੈਸਟ ਹੈ ਲਿਸਨਿੰਗ ਮੋਡਿਊਲ ਦਾ, ਇਸ ਵਿੱਚ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ 2 ਕੰਸਲਟੇਸ਼ਨਸ ਤੁਹਾਨੂੰ ਸੁਣਾਈ ਦਿੱਤੀਆਂ ਜਾਂਦੀਆਂ ਨੇ ਜਿਸ ਵਿੱਚ ਇੱਕ ਪੇਸ਼ੈਂਟ ਤੇ ਇੱਕ ਡਾਕਟਰ ਜਾਂ ਫਿਰ ਕੋਈ ਨਰਸ, ਕੋਈ ਵੀ ਹੈਲਥ ਕੇਅਰ ਪ੍ਰੋਫੈਸ਼ਨਲ ਜੋ ਇਸ ਟੈਸਟ ਦੇ ਵਿੱਚ ਇੱਕ ਗੱਲ ਕਰ ਰਹੇ ਨੇ, ਇੱਕ ਕੰਸਲਟੇਸ਼ਨ ਹੋ ਰਹੀ ਹੈ। ਜਿੱਦਾਂ ਜਿੱਦਾਂ ਆਡੀਓ ਪਲੇ ਹੁੰਦੀ ਹੈ ਉਸ ਤਰੀਕੇ ਨਾਲ ਆਪਾਂ ਆਪਣੇ ਆਨਸਰਸ ਅਟੈਂਪਟ ਕਰਨੇ ਹੁੰਦੇ ਨੇ ਆਪਣੀ ਲਿਸਨਿੰਗ ਸ਼ੀਟ ਦੇ ਵਿੱਚ। ਇਹ ਹੁੰਦਾ ਜੀ ਪਾਰਟ A। ਪਾਰਟ A ਦੇ ਵਿੱਚ ਹੁੰਦੇ ਨੇ ਟੋਟਲ ਆਫ 24 ਕੁਐਸਚਨਸ। ਇਹ 24 ਕੁਐਸਚਨਸ ਆਪਾਂ ਜਿਸ ਤਰੀਕੇ ਨਾਲ ਆਪਣੀ ਆਡੀਓ ਚੱਲ ਰਹੀ ਹੈ ਉਸ ਦੇ ਨਾਲ ਨਾਲ ਆਪਾਂ ਇਸ ਦੀ ਅਟੈਂਪਟੇਸ਼ਨ ਕਰਨੀ ਹੈ। ਉਸ ਤੋਂ ਬਾਅਦ ਆਉਂਦਾ ਹੈ ਜੀ ਪਾਰਟ B। ਸੋ ਪਾਰਟ B ਦੇ ਵਿੱਚ ਕੀ ਪਤਾ ਲੱਗਦਾ ਹੈ, ਪਾਰਟ B ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਪਾਂ ਨੂੰ 6 ਸ਼ਾਰਟ ਕਨਵਰਸੇਸ਼ਨ ਸੁਣਾਈ ਦਿੱਤੀਆਂ ਜਾਂਦੀਆਂ ਨੇ। ਉਹਨਾਂ ਕਨਵਰਸੇਸ਼ਨਸ ਦੇ ਵਿੱਚ 2 ਹੈਲਥ ਕੇਅਰ ਪ੍ਰੋਫੈਸ਼ਨਲਸ ਆਪਸ ਵਿੱਚ ਗੱਲ ਕਰ ਰਹੇ ਹੁੰਦੇ ਨੇ ਐਂਡ ਉਹਦੇ ਨਾਲ ਹੀ ਆਪਾਂ ਆਨਸਰ ਕਰਨੇ ਹੁੰਦੇ ਨੇ 6 ਕੁਐਸਚਨਸ। ਓਕੇ, ਜੋ ਤੁਸੀਂ ਆਪਣਾ ਕਨਵਰਸੇਸ਼ਨ ਸੁਣੀ ਉਸ ਦੇ ਬੇਸਿਸ ਤੇ ਤੁਹਾਨੂੰ ਇੱਕ ਕੁਐਸਚਨ ਦਿੱਤਾ ਜਾਏਗਾ, ਉਸ ਨੂੰ ਤੁਸੀਂ ਆਨਸਰ ਕਰਨਾ ਹੈ। ਇਦਾਂ ਦੇ ਹੀ 6 ਕੁਐਸਚਨਸ ਆਪਾਂ ਪਾਰਟ B ਦੇ ਵਿੱਚ ਆਨਸਰ ਕਰਨੇ ਹੁੰਦੇ ਨੇ। ਓਕੇ, ਸੋ ਨੈਕਸਟ ਆਉਂਦਾ ਹੈ ਜੀ ਪਾਰਟ C। ਪਾਰਟ C ਦੇ ਵਿੱਚ ਅਸੀਂ ਸੁਣਦੇ ਹਾਂ ਜੀ 2 ਪ੍ਰੈਜੈਂਟੇਸ਼ਨਸ। 2 ਪ੍ਰੈਜੈਂਟੇਸ਼ਨਸ ਤੁਹਾਨੂੰ ਸੁਣਦੀਆਂ ਨੇ, ਉਸ ਦੇ ਵਿੱਚ ਤੁਸੀਂ ਆਨਸਰ ਕਰਨੇ ਹੁੰਦੇ ਨੇ 8 ਕੁਐਸਚਨਸ ਇਨ ਐਵਰੀ ਪ੍ਰੈਜੈਂਟੇਸ਼ਨ। ਓਕੇ, ਇਸ ਪ੍ਰੈਜੈਂਟੇਸ਼ਨ ਦੇ ਰਾਹੀਂ ਤੁਸੀਂ ਆਪਣੇ ਆਨਸਰਸ ਮਾਰਕ ਕਰਨੇ ਨੇ ਜਿਸ ਤਰੀਕੇ ਨਾਲ ਤੁਸੀਂ ਸੁਣ ਰਹੇ ਹੋ। ਇਦਾਂ ਦੀਆਂ 2 ਪ੍ਰੈਜੈਂਟੇਸ਼ਨਸ ਆਉਂਦੀਆਂ ਨੇ। ਸੋ ਟੋਟਲ ਆਫ 45 ਮਿੰਟਸ ਦਾ ਆਪਣਾ ਟੈਸਟ ਹੁੰਦਾ ਹੈ ਜੀ, ਇਸ ਤੇ ਆਪਣਾ ਟੈਸਟ ਐਂਡ ਹੋ ਜਾਂਦਾ। ਇਹ ਹੁੰਦਾ ਜੀ ਲਿਸਨਿੰਗ ਦਾ ਜੋ ਆਪਣਾ ਟੈਸਟ ਰਹਿੰਦਾ।
ਸੋ ਜੋ ਵੀ ਲਿਸਨਿੰਗ ਦਾ ਟੈਸਟ ਰਹੇਗਾ ਇਸ ਵਿੱਚ ਜੋ ਵੀ ਕੰਸਲਟੇਸ਼ਨ ਤੁਸੀਂ ਸੁਣੋਗੇ ਜਾਂ ਜੋ ਵੀ ਪ੍ਰੈਜੈਂਟੇਸ਼ਨ ਤੁਹਾਨੂੰ ਸੁਣਾਈ ਦਿੱਤੀ ਜਾਊਗੀ ਇਹ ਸਭ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਬੇਸਡ ਹੋਏਗਾ। ਕੋਈ ਹਸਪੀਟਲ ਸੈਟਿੰਗ ਹੋਏਗੀ ਜਾਂ ਫਿਰ ਕੋਈ ਕਲੀਨਿਕ ਦੀ ਸੈਟਿੰਗ ਹੋਏਗੀ ਜਾਂ ਫਿਰ ਕੋਈ ਜਨਰਲ ਜੋ ਅਸੈਸਮੈਂਟ ਹੁੰਦੀ ਹੈ ਜੋ ਹਸਪੀਟਲਸ ਵਿੱਚ ਹੁੰਦੀਆਂ ਰਹਿੰਦੀਆਂ ਨੇ ਉਸ ਚੀਜ਼ ਦੀ ਕਨਵਰਸੇਸ਼ਨ ਹੋਏਗੀ। ਤਾਂ ਆਪਾਂ ਇਹ ਸਭ ਕੁਝ ਮੈਡੀਕਲ ਬੇਸਡ ਇੱਕ ਟੈਸਟ ਹੈ। ਸੋ ਨੈਕਸਟ ਆ ਜਾਂਦਾ ਜੀ ਆਪਣਾ ਰੀਡਿੰਗ ਮੋਡਿਊਲ। ਰੀਡਿੰਗ ਮੋਡਿਊਲ ਨੂੰ ਵੀ ਡਿਵਾਈਡ ਕੀਤਾ ਜਾਂਦਾ ਜੀ ਇਨ 3 ਪਾਰਟਸ, ਪਾਰਟ A, ਪਾਰਟ B ਐਂਡ ਪਾਰਟ C। ਸੋ ਗੱਲ ਕਰਦੇ ਹਾਂ ਪਾਰਟ A ਦੀ। ਪਾਰਟ A ਹੁੰਦਾ ਜੀ ਇੱਕ ਟਾਈਮ ਬੇਸਡ ਟੈਸਟ। ਇਸ ਨੂੰ ਅਟੈਂਪਟ ਕਰਨ ਵਾਸਤੇ ਆਪਾਂ ਨੂੰ ਮਿਲਦੇ ਨੇ 15 ਮਿੰਟਸ। ਕੰਪਲੀਟ ਰੀਡਿੰਗ ਟੈਸਟ ਹੁੰਦਾ ਹੈ ਜੋ 60 ਮਿੰਟਸ ਦਾ ਹੁੰਦਾ ਹੈ ਜੀ। ਐਂਡ ਪਾਰਟ A ਅਟੈਂਪਟ ਕਰਨ ਵਾਸਤੇ ਮਿਲਦੇ ਨੇ ਆਪਾਂ ਨੂੰ 15 ਮਿੰਟਸ ਐਂਡ ਪਾਰਟ B ਐਂਡ C ਆਪਾਂ ਅਟੈਂਪਟ ਕਰਨਾ ਹੁੰਦਾ ਹੈ ਇਨ 45 ਮਿੰਟਸ। ਓਕੇ, ਸੋ ਇਨ 15 ਮਿੰਟਸ ਆਪਾਂ ਪਾਰਟ A ਅਟੈਂਪਟ ਕਰਨਾ ਹੁੰਦਾ ਹੈ। ਜਦ 15 ਮਿੰਟਸ ਓਵਰ ਹੋ ਜਾਂਦੇ ਨੇ ਤੁਹਾਡੀ ਪਾਰਟ A ਦੀ ਆਨਸਰ ਬੁੱਕਲੈਟ ਕਲੈਕਟ ਕਰ ਲਈ ਜਾਂਦੀ ਹੈ। ਇਸ ਤੋਂ ਬਾਅਦ ਤੁਹਾਨੂੰ ਦਿੱਤੀ ਜਾਂਦੀ ਹੈ ਇੱਕ ਨਵੀਂ ਆਨਸਰ ਬੁੱਕਲੈਟ ਜਿਸ ਦੇ ਵਿੱਚ ਤੁਸੀਂ ਅਟੈਂਪਟ ਕਰੋਗੇ ਪਾਰਟ B ਐਂਡ C। ਓਕੇ, ਸੋ ਪਾਰਟ A ਇੱਕ ਟਾਈਮ ਬੇਸਡ ਟੈਸਟ ਹੈ, ਇਸ ਕਰਕੇ ਇਸ ਵਿੱਚ ਤੁਹਾਡੀ ਸਪੀਡ, ਤੁਹਾਡੀ ਰੀਡਿੰਗ ਸਪੀਡ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਓਕੇ, ਸੋ ਪਾਰਟ B ਦੇ ਵਿੱਚ ਕੀ ਹੁੰਦਾ? ਪਾਰਟ B ਦੇ ਵਿੱਚ ਹੁੰਦੇ ਨੇ ਜੀ 6 ਸ਼ਾਰਟ ਐਕਸਟ੍ਰੈਕਟਸ ਦਿੰਦੇ ਨੇ ਆਪਾਂ ਨੂੰ, ਸ਼ਾਰਟ ਐਕਸਟ੍ਰੈਕਟਸ ਦਿੱਤੇ ਜਾਂਦੇ ਨੇ। ਇਹਨਾਂ ਹਰ ਐਕਸਟ੍ਰੈਕਟ ਦੇ ਉੱਤੇ ਇੱਕ ਕੁਐਸਚਨ ਬੇਸਡ ਹੁੰਦਾ। ਤੁਸੀਂ ਉਹ ਐਕਸਟ੍ਰੈਕਟ ਰੀਡ ਕਰਨਾ ਹੈ ਐਂਡ ਉਸ ਦੇ ਉੱਪਰ ਦਿੱਤਾ ਹੋਇਆ ਕੁਐਸਚਨ ਆਨਸਰ ਕਰਨਾ ਹੈ ਉਸ ਦੇ ਬੇਸਿਸ ਤੇ। ਓਕੇ, ਸੋ ਇਦਾਂ ਹੀ ਆਪਾਂ ਪਾਰਟ B ਦੇ ਵਿੱਚ 6 ਕੁਐਸਚਨਸ ਅਟੈਂਪਟ ਕਰਨੇ ਹੁੰਦੇ ਨੇ ਐਂਡ ਪਾਰਟ A ਦੇ ਵਿੱਚ ਆਪਾਂ ਕਰਦੇ ਹਾਂ ਜੀ 20 ਕੁਐਸਚਨਸ। ਓਕੇ, ਸੋ ਮੂਵਿੰਗ ਔਨ, ਇਸ ਤੋਂ ਬਾਅਦ ਆਪਣੇ ਆਉਂਦੇ ਨੇ ਪਾਰਟ C। ਸੋ ਪਾਰਟ C ਆਫ ਰੀਡਿੰਗ, ਇਹਦੇ ਵਿੱਚ ਕੀ ਹੁੰਦਾ? ਆਪਾਂ ਨੂੰ 2 ਵੱਡੇ ਐਕਸਟ੍ਰੈਕਟਸ ਦਿੱਤੇ ਜਾਂਦੇ ਹਨ। 2 ਲੌਂਗ ਐਕਸਟ੍ਰੈਕਟਸ ਦਿੱਤੇ ਜਾਂਦੇ ਨੇ। ਹਰ ਐਕਸਟ੍ਰੈਕਟ ਦੇ ਵਿੱਚ ਹੁੰਦੇ ਨੇ 8 ਕੁਐਸਚਨਸ। ਹਰ ਐਕਸਟ੍ਰੈਕਟ ਤੇ ਆਪਾਂ ਐਕਸਟ੍ਰੈਕਟ ਨੂੰ ਰੀਡ ਕਰਨਾ ਹੈ ਤੇ ਉਸ ਦੇ ਬੇਸਿਸ ਤੇ ਆਪਾਂ ਉਹ ਸਾਰੇ 8 ਦੇ 8 ਕੁਐਸਚਨਸ ਆਨਸਰ ਕਰਨੇ। ਸੋ ਇਹ ਹੁੰਦਾ ਹੈ ਜੀ ਸਟਰਕਚਰ ਰੀਡਿੰਗ ਮੋਡਿਊਲ ਦਾ। ਹੁਣ ਆਪਾਂ ਅਗਰ ਗੱਲ ਕਰਦੇ ਹਾਂ, ਅਗਲਾ ਸਟਰਕਚਰ ਆਉਂਦਾ ਹੈ ਜੀ ਰਾਈਟਿੰਗ ਮੋਡਿਊਲ। ਸੋ ਰਾਈਟਿੰਗ ਮੋਡਿਊਲ ਦੇ ਵਿੱਚ ਕੀ ਹੁੰਦਾ ਹੈ? ਇਹ ਇੱਕ ਰਿਟਨ ਟੈਸਟ ਹੈ ਡੈਫੀਨੇਟਲੀ, ਬਟ ਜਿੱਦਾਂ ਤੁਸੀਂ ਸੁਣਿਆ ਹੋਣਾ ਹੈ ਕਿ ਆਇਲਸ ਦੇ ਵਿੱਚ ਆਪਾਂ ਇੱਕ ਐਸੇ ਫਾਰਮ ਦੇ ਵਿੱਚ ਲਿਖਦੇ ਹਾਂ। OET ਦਾ ਰੀਡਿੰਗ ਟੈਸਟ ਬਿਲਕੁਲ ਡਿਫਰੈਂਟ ਹੈ। ਇਸ ਦੇ ਵਿੱਚ ਆਪਾਂ ਜੋ ਵੀ ਰਾਈਟਿੰਗ ਦਾ ਟਾਸਕ ਕਰਨਾ ਹੁੰਦਾ ਉਹ ਆਪਾਂ ਇੱਕ ਲੈਟਰ ਡਰਾ ਕਰਦੇ ਹਾਂ। ਫॉर एग्जांपल ਤੁਸੀਂ ਸੁਣਿਆ ਹੋਣਾ ਹੈ ਕਿ ਜਦ ਹਸਪੀਟਲ ਸੈਟਿੰਗ ਦੇ ਵਿੱਚ ਇੱਕ ਹਸਪੀਟਲ ਤੋਂ ਦੂਸਰੇ ਹਸਪੀਟਲ ਵਿੱਚ ਪੇਸ਼ੈਂਟਸ ਨੂੰ ਰੈਫਰ ਕੀਤਾ ਜਾਂਦਾ ਹੈ ਤਾਂ ਇੱਕ ਰੈਫਰਲ ਡਰਾ ਕੀਤਾ ਜਾਂਦਾ ਹੈ। ਸੋ ਉਹ ਰੈਫਰਲ ਲੈਟਰਸ ਜੋ ਡਰਾ ਕੀਤੇ ਜਾਂਦੇ ਨੇ ਰਾਈਟਿੰਗ ਟਾਸਕਸ ਦੇ ਵਿੱਚ ਆਪਾਂ ਉਹੀ ਅਟੈਂਪਟ ਕਰਦੇ ਨੇ। ਸੋ ਰਾਈਟਿੰਗ ਟਾਸਕਸ ਦੀ ਇੱਕ ਫਾਰਮ ਹੁੰਦੀ ਹੈ ਜੀ ਜਿਸ ਦੇ ਵਿੱਚ ਆਪਾਂ ਨੂੰ ਲਿਖਣੇ ਹੁੰਦੇ ਨੇ ਲੈਟਰ ਆਫ ਰੈਫਰਲ, letter of discharge, letter of admission, letter of consultation, etc. So, ਤੁਹਾਡੇ profession ਤੇ depend ਕਰਦਾ ਹੈ ਕਿ ਤੁਸੀਂ ਕਿਸ ਤਰੀਕੇ ਦਾ ਲੈਟਰ ਡਰਾ ਕਰਨਾ ਹੈ। ਅਗਰ ਆਪਾਂ ਐਗਜ਼ਾਮਪਲ ਲਈਏ ਕਿ ਲੈਟਸ ਸੇ ਤੁਸੀਂ ਇੱਕ ਨਰਸਿੰਗ profession ਨੂੰ ਬਿਲੋਂਗ ਕਰਦੇ ਹੋ ਐਂਡ ਤੁਸੀਂ OET ਫॉर ਨਰਸਿਸ ਕਰ ਰਹੇ ਹੋ ਤਾਂ ਉਸ ਸੈਂਸ ਦੇ ਵਿੱਚ ਤੁਹਾਨੂੰ ਰਾਈਟਿੰਗ ਟਾਸਕ ਦੇ ਵਿੱਚ ਡਰਾ ਕਰਨਾ ਪੈ ਸਕਦਾ ਹੈ ਕਿ ਲੈਟਰ ਆਫ ਰੈਫਰਲ, ਲੈਟਰ ਆਫ ਡਿਸਚਾਰਜ ਜਾਂ ਲੈਟਰ ਆਫ ਐਡਮਿਸ਼ਨ। ਓਕੇ, ਸੋ ਇਸ ਵਿੱਚ ਆਪਾਂ ਨੂੰ ਜਿਸ ਜਗ੍ਹਾ ਤੇ ਆਪਾਂ ਕਿਸੇ ਪੇਸ਼ੈਂਟ ਨੂੰ ਰੈਫਰ ਕਰਨਾ ਹੈ ਉਸ ਏਰੀਆ ਦਾ ਆਪਾਂ ਨੂੰ ਐਡਰੈਸ ਦਿੱਤਾ ਜਾਏਗਾ। ਓਕੇ, ਇੱਕ ਕੇਸ ਨੋਟ ਦੀ ਸਮਰੀ ਆਪਾਂ ਨੂੰ ਨਾਲ ਪ੍ਰੋਵਾਈਡ ਕੀਤੀ ਜਾਂਦੀ ਹੈ। ਇੱਕ ਕੇਸ ਨੋਟਸ ਪ੍ਰੋਵਾਈਡ ਕੀਤੇ ਜਾਂਦੇ ਨੇ ਜਿਸ ਨੂੰ ਰੀਡ ਕਰਕੇ ਅਸੀਂ ਇੱਕ ਆਈਡੀਆ ਲੈਂਦੇ ਹਾਂ ਕਿ ਅਸੀਂ ਕਿਸ ਕੇਸ ਬਾਰੇ ਗੱਲ ਕਰਨੀ ਹੈ ਤੇ ਕਿਸ ਰਿਲੇਟਡ ਪੇਸ਼ੈਂਟ ਨੂੰ ਰੈਫਰ ਕਰਨਾ ਹੈ। ਤਾਂ ਜਦ ਅਸੀਂ ਉਹਨਾਂ ਕੇਸ ਨੋਟਸ ਨੂੰ ਪੜ੍ਹਦੇ ਹਾਂ ਤਾਂ ਆਪਾਂ ਨੂੰ ਇੱਕ ਆਈਡੀਆ ਹੋ ਜਾਂਦਾ ਹੈ ਕਿ ਅਸੀਂ ਕੀ ਅਟੈਂਪਟ ਕਰਨਾ ਹੈ ਐਂਡ ਦੈਨ ਆਪਾਂ ਆਪਣਾ ਲੈਟਰ ਆਫ ਰੈਫਰਲ ਜਾਂ ਡਿਸਚਾਰਜ ਜਾਂ ਐਡਮਿਸ਼ਨ ਡਰਾ ਕਰਦੇ ਹਾਂ। ਤਾਂ ਇਹ ਹੁੰਦਾ ਜੀ ਰਾਈਟਿੰਗ ਟਾਸਕ। ਰਾਈਟਿੰਗ ਟਾਸਕ ਦੀ ਡਿਊਰੇਸ਼ਨ ਹੁੰਦੀ ਹੈ ਜੀ 45 ਮਿੰਟਸ। 5 ਮਿੰਟਸ ਤੁਹਾਨੂੰ ਦਿੱਤੇ ਜਾਂਦੇ ਨੇ ਫॉर ਰੀਡਿੰਗ ਯੋਰ ਕੇਸ ਨੋਟਸ ਐਂਡ 40 ਮਿੰਟਸ ਤੁਹਾਡਾ ਹੁੰਦਾ ਜੀ ਰਾਈਟਿੰਗ ਟਾਈਮ। ਓਕੇ, ਸੋ ਇਹ ਹੁੰਦਾ ਜੀ ਆਪਣਾ ਰਾਈਟਿੰਗ ਟਾਸਕ ਫॉर OET। Now moving on to our speaking task. Now speaking is very interesting in OET.
ਇਸ ਵਿੱਚ ਕੀ ਹੁੰਦਾ ਹੈ, ਸਪੀਕਿੰਗ ਦਾ ਜੀ ਜੋ ਡਿਊਰੇਸ਼ਨ ਰਹਿੰਦੀ ਹੈ ਉਹ ਰਹਿੰਦੀ ਹੈ ਅਪਰੋਕਸੀਮੇਟਲੀ 20 ਮਿੰਟਸ। ਸਪੀਕਿੰਗ ਟਾਸਕ ਦੇ ਵਿੱਚ ਆਪਾਂ ਨੂੰ ਇੱਕ ਸਿਚੁਏਸ਼ਨ ਦਿੱਤੀ ਜਾਂਦੀ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਰੋਲ ਪਲੇ। ਓਕੇ, ਸੋ ਸਪੀਕਿੰਗ ਦੇ ਵਿੱਚ ਜੋ ਐਗਜ਼ਾਮ ਪੈਟਰਨ ਦੇ ਵਿੱਚ ਸਪੀਕਿੰਗ ਦੇ ਵਿੱਚ ਆਪਾਂ ਨੂੰ ਦਿੱਤੇ ਜਾਂਦੇ ਨੇ ਜੀ 2 ਰੋਲ ਪਲੇ। ਇਹਨਾਂ ਰੋਲ ਪਲੇ ਦੇ ਵਿੱਚ ਜੋ ਤੁਹਾਡਾ ਐਗਜ਼ਾਮੀਨਰ ਹੈ ਉਹ ਐਕਟ ਕਰਦਾ ਹੈ ਤੁਹਾਡਾ ਪੇਸ਼ੈਂਟ, ਐਂਡ ਤੁਸੀਂ ਇੰਟਰਵਿਊਈ ਐਕਟ ਕਰਦੇ ਹੋ ਐਜ਼ ਅ ਨਰਸ ਔਰ ਡਾਕਟਰ, ਡਿਪੈਂਡਿੰਗ ਅਪਨ ਯੋਰ ਪ੍ਰੋਫੈਸ਼ਨ। ਓਕੇ, ਸੋ ਤੁਹਾਨੂੰ ਦੋਨੋਂ ਕੇਸ ਨੋਟਸ ਪ੍ਰੋਵਾਈਡ ਕੀਤੇ ਜਾਂਦੇ ਨੇ ਜਿਸ ਵਿੱਚ ਪੇਸ਼ੈਂਟ ਦੇ ਨੋਟਸ ਹੁੰਦੇ ਨੇ ਐਂਡ ਨਰਸ ਜਾਂ ਡਾਕਟਰ ਦੇ ਨੋਟਸ ਹੁੰਦੇ ਨੇ। ਤਾਂ ਆਪਾਂ ਇਹਦੇ ਵਿੱਚ ਇੱਕ ਕਨਵਰਸੇਸ਼ਨ ਕਰਨੀ ਹੁੰਦੀ ਆ। ਪੇਸ਼ੈਂਟ ਤੁਹਾਨੂੰ ਆਪਣੀ ਪ੍ਰੋਬਲਮ ਦੱਸੇਗਾ ਐਂਡ ਤੁਸੀਂ ਐਜ਼ ਅ ਨਰਸ ਜਾਂ ਐਜ਼ ਅ ਡਾਕਟਰ ਉਸ ਪ੍ਰੋਬਲਮ ਨਾਲ ਕਿੱਦਾਂ ਡੀਲ ਕਰਦੇ ਹੋ, ਉਸ ਚੀਜ਼ ਦਾ ਇਹ ਟੈਸਟ ਹੈ ਜੀ। ਸੋ ਜੋ ਆਪਣਾ ਸਪੀਕਿੰਗ ਮੋਡਿਊਲ ਹੁੰਦਾ ਹੈ ਇਹਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਪਾਰਟ ਏ ਐਂਡ ਪਾਰਟ ਬੀ। ਪਾਰਟ ਏ ਜੋ ਆਪਣਾ ਹੁੰਦਾ ਹੈ ਇਸ ਦੀ ਸਕੋਰਿੰਗ ਨਹੀਂ ਹੁੰਦੀ, ਇਸ ਨੂੰ ਅਸੈਸ ਨਹੀਂ ਕੀਤਾ ਜਾਂਦਾ ਬਿਕਾਜ਼ ਇਹ ਹੁੰਦਾ ਇੱਕ ਵਾਰਮ ਅਪ ਇੰਟਰਵਿਊ, ਤਾਂ ਕਿ ਤੁਹਾਨੂੰ ਇੱਕ ਆਈਡੀਆ ਹੋ ਜਾਵੇ ਕਿ ਸਪੀਕਿੰਗ ਇੰਟਰਵਿਊ ਦੇ ਵਿੱਚ ਤੁਸੀਂ ਕੰਫਰਟੇਬਲ ਰਹੋ ਐਂਡ ਤੁਹਾਨੂੰ ਆਈਡੀਆ ਹੋਵੇ ਕਿ ਤੁਸੀਂ ਕੀ ਬੋਲ ਰਹੇ ਹੋ। ਸੋ ਇੱਕ ਵਾਰਮ ਅਪ ਇੰਟਰਵਿਊ ਡਿਜ਼ਾਈਨ ਕੀਤਾ ਗਿਆ ਤਾਂ ਕਿ ਐਗਜ਼ਾਮਿਨੀ ਨੂੰ ਕੰਫਰਟੇਬਲ ਫੀਲ ਕਰਾਇਆ ਜਾ ਸਕੇ। ਪਾਰਟ ਬੀ ਹੁੰਦਾ ਜੋ ਐਕਚੁਅਲੀ ਅਸੈਸ ਹੁੰਦਾ ਹੈ, ਇਸ ਦੇ ਵਿੱਚ ਹੁੰਦੇ ਨੇ ਜੀ 2 ਰੋਲ ਪਲੇਸ ਜੋ ਕਿ ਹੁੰਦੇ ਨੇ ਜੀ ਅਰਾਊਂਡ 5 ਮਿੰਟਸ ਈਚ। 5 ਮਿੰਟ ਲਈ ਤੁਸੀਂ ਕਨਵਰਸੇਸ਼ਨ ਹੋਲਡ ਕਰਨੀ ਹੁੰਦੀ ਹੈ ਐਂਡ ਟੋਟਲ ਮੇਕਸ ਫॉर ਟੋਟਲ ਆਫ 10 ਮਿੰਟਸ ਅਗਰ ਆਪਾਂ ਦੋਨੋਂ ਰੋਲ ਪਲੇ ਮਿਲਾ ਕੇ ਚੱਲੀਏ। ਇਸ ਤੋਂ ਪਹਿਲਾਂ ਰੋਲ ਪਲੇ ਤੋਂ ਪਹਿਲਾਂ ਤੁਹਾਨੂੰ ਦਿੱਤੇ ਜਾਂਦੇ ਨੇ 3 ਮਿੰਟਸ ਫॉर ਪ੍ਰੈਪਰੇਸ਼ਨ ਐਂਡ 5 ਮਿੰਟ ਲਈ ਤੁਸੀਂ ਆਪਣਾ ਕਨਵਰਸੇਸ਼ਨ ਹੋਲਡ ਕਰਨੀ ਹੁੰਦੀ ਹੈ। ਸੋ ਇਹ ਹੁੰਦਾ ਹੈ ਜੀ ਆਪਣਾ ਸਟਰਕਚਰ ਆਫ ਦੀ OET ਟੈਸਟ ਜੋ 4 ਮੋਡਿਊਲਸ ਨੇ ਇਸ ਤਰੀਕੇ ਨਾਲ ਕਵਰ ਕਰਵਾਏ ਜਾਂਦੇ ਨੇ। ਓਕੇ, ਜਿੱਦਾਂ ਮੈਂ ਤੁਹਾਨੂੰ ਟਾਈਮ ਦੱਸਿਆ ਕਿ ਲਿਸਨਿੰਗ ਹੁੰਦੀ ਹੈ ਫॉर ਅਪਰੋਕਸੀਮੇਟਲੀ 45 ਮਿੰਟਸ, ਰੀਡਿੰਗ ਇਜ਼ ਫॉर 60 ਮਿੰਟਸ, ਰਾਈਟਿੰਗ ਇਜ਼ 45 ਮਿੰਟਸ ਅਗੇਨ ਐਂਡ ਸਪੀਕਿੰਗ ਇਜ਼ ਫॉर ਅਪਰੋਕਸੀਮੇਟਲੀ 20 ਮਿੰਟਸ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਗ੍ਰੇਡਿੰਗ ਆਫ OET। ਸੋ OET ਦੀ ਗ੍ਰੇਡਿੰਗ ਕਿੱਦਾਂ ਕੀਤੀ ਜਾਂਦੀ ਹੈ? ਸੋ ਸਾਹਮਣੇ ਜੋ ਤੁਹਾਡੀ ਇਮੇਜ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਅਸੀਂ ਕੰਪੈਰੀਜ਼ਨ ਲਈ ਲਏ ਨੇ ਨਾਲ IELTS ਸਕੋਰ। ਇਦਾਂ ਆਪਾਂ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ ਕਿ IELTS ਦੀ ਸਕੋਰਿੰਗ ਦੇ ਹਿਸਾਬ ਨਾਲ OET ਦੀ ਸਕੋਰਿੰਗ ਕੀ ਰਹੇਗੀ। ਸੋ OET ਜੀ ਗ੍ਰੇਡ ਕੀਤਾ ਜਾਂਦਾ ਹੈ ਫਰੋਮ A to E। A ਹੁੰਦਾ ਜੀ ਹਾਈਐਸਟ ਗ੍ਰੇਡ ਜਿਸ ਦੀ ਸਕੋਰ ਹੁੰਦੀ ਹੈ 450 ਤੋਂ 500 ਦੇ ਵਿੱਚ that is between 450 and 500 and E ਹੁੰਦਾ ਜੀ lowest score between 0 to 90। ਓਕੇ, ਸੋ ਅਗਰ ਤੁਸੀਂ ਹਾਈਐਸਟ ਸਕੋਰ ਲੈਣੇ ਹੋ ਸੋ ਮਿਨੀਮਮ ਸਕੋਰ ਜੋ ਤੁਹਾਨੂੰ ਲੈਣਾ ਪੈਂਦਾ ਹੈ ਉਹ ਹੁੰਦਾ ਜੀ B ਗ੍ਰੇਡ and no less than C plus or C। okay, ਇਹ ਜੋ ਗ੍ਰੇਡਿੰਗ ਹੁੰਦੀ ਹੈ ਜੋ ਰਿਕੁਆਇਰਮੈਂਟ ਹੁੰਦੀ ਹੈ it changes depending upon the country ਕਿ ਜਿਸ ਕੰਟਰੀ ਵਿੱਚ ਤੁਸੀਂ ਮਾਈਗ੍ਰੇਟ ਕਰਨਾ ਚਾਹੁੰਦੇ ਹੋ ਉਸ ਦੀ OET ਰਿਕੁਆਇਰਮੈਂਟ ਵੱਖਰੀ ਰਹਿੰਦੀ ਹੈ ਐਂਡ ਉਸ ਬਾਰੇ ਵੀ ਆਪਾਂ ਅਗਲੀ ਸਲਾਈਡ ਵਿੱਚ ਗੱਲ ਕਰਨ ਜਾ ਰਹੇ ਹਾਂ। ਸੋ ਦੇਖੋ ਜੀ, ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਅਗਰ ਤੁਸੀਂ OET ਦਾ ਟੈਸਟ ਅਟੈਂਪਟ ਕਰ ਰਹੇ ਹੋ ਤਾਂ ਤੁਹਾਨੂੰ ਮੈਂਡੇਟਰੀ ਹੈ ਕਿ ਤੁਹਾਡੇ ਲਿਸਨਿੰਗ ਵਿੱਚ ਹੋਵੇ B ਗ੍ਰੇਡ, ਰਾਈਟਿੰਗ ਵਿੱਚ ਵੀ B, ਰੀਡਿੰਗ ਵਿੱਚ ਵੀ B ਐਂਡ ਸਪੀਕਿੰਗ ਵਿੱਚ ਵੀ B। ਸੋ ਇਟ ਨੀਡਸ ਟੂ ਬੀ ਆਲ B ਗ੍ਰੇਡ। ਅਗਰ ਤੁਸੀਂ ਨਿਊਜ਼ੀਲੈਂਡ ਮਾਈਗ੍ਰੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਵੀ ਚਾਰੋਂ ਮੋਡਿਊਲਸ ਦੇ ਵਿੱਚ B ਗ੍ਰੇਡ ਦੀ ਜ਼ਰੂਰਤ ਹੈ। ਅਗਰ ਆਇਰਲੈਂਡ ਹੈ ਤਾਂ ਆਇਰਲੈਂਡ ਦੀ ਰਿਕੁਆਇਰਮੈਂਟ ਥੋੜੀ ਜਿਹੀ ਲੀਨੀਅੰਟ ਹੈ। ਇਸ ਵਿੱਚ ਅਗਰ ਤੁਹਾਡਾ ਲਿਸਨਿੰਗ ਵਿੱਚ C+ ਗ੍ਰੇਡ ਆਉਂਦਾ ਹੈ ਜਾਂ ਰੀਡਿੰਗ ਵਿੱਚ ਵੀ C+ ਗ੍ਰੇਡ ਆਉਂਦਾ ਹੈ ਐਂਡ ਰਾਈਟਿੰਗ ਐਂਡ ਸਪੀਕਿੰਗ ਵਿੱਚ ਤੁਸੀਂ B ਗ੍ਰੇਡ ਲੈ ਰਹੇ ਹੋ, ਤੁਸੀਂ ਆਇਰਲੈਂਡ ਲਈ ਐਲੀਜੀਬਲ ਹੋ। ਉਦਾਂ ਹੀ ਜੀ ਜੋ ਮੋਸਟ ਫੇਮਸ ਡੈਸਟੀਨੇਸ਼ਨ ਇਜ਼ with OET test takers ਜੋ ਹੈ ਕਿ UK ਯੂਨਾਈਟਿਡ ਕਿੰਗਡਮ, ਇਸ ਦੀ ਰਿਕੁਆਇਰਮੈਂਟ ਹੈ ਜੀ ਲਿਸਨਿੰਗ ਵਿੱਚ B ਗ੍ਰੇਡ, ਰੀਡਿੰਗ ਵਿੱਚ B ਗ੍ਰੇਡ, ਰਾਈਟਿੰਗ ਵਿੱਚ C+ ਐਂਡ ਸਪੀਕਿੰਗ ਵਿੱਚ B ਗ੍ਰੇਡ। ਕਿ ਇਦਾਂ ਹੀ ਬਹੁਤ ਸਾਰੀਆਂ ਕੰਟਰੀਜ਼ ਨੇ ਜਿਵੇਂ ਕਿ US ਓਰੀਗਨ, US ਫਲੋਰੀਡਾ, UAE, ਫਿਲੀਪੀਨਸ, ਨਮੀਬੀਆ, ਇਹ ਸਭ ਕੰਟਰੀਜ਼ ਦੀ ਜੋ ਰਿਕੁਆਇਰਮੈਂਟ ਹੈ ਇਹ ਤੁਹਾਡੇ ਸਾਹਮਣੇ ਡਿਸਪਲੇ ਕੀਤੀ ਗਈ ਹੈ ਤਾਂ ਕਿ ਤੁਸੀਂ ਆਪਣੀ ਮਨਪਸੰਦ ਕੰਟਰੀ ਵਿੱਚ ਅਗਰ ਮਾਈਗ੍ਰੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਆਈਡੀਆ ਹੋ ਜਾਵੇ ਕਿ ਤੁਹਾਨੂੰ ਕਿੰਨੀ ਸਕੋਰ ਦੀ ਜ਼ਰੂਰਤ ਹੈ ਜੀ।
ਓਕੇ, ਸੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ OET ਦੇ ਐਗਜ਼ਾਮ ਬਾਰੇ। ਸੋ ਸਭ ਤੋਂ ਪਹਿਲਾਂ ਜੋ ਦਿਮਾਗ ਵਿੱਚ ਆਪਣੀ ਗੱਲ ਆਉਂਦੀ ਹੈ ਕਿ OET ਦੀ ਫੀਸ ਕਿੰਨੀ ਰਹਿੰਦੀ ਹੈ ਜੀ। ਸੋ OET ਦੀ ਜੋ ਐਗਜ਼ਾਮ ਫੀਸ ਹੈ ਉਹ ਫਿਕਸ ਕੀਤੀ ਗਈ ਹੈ ਜੀ ਐਟ 587 ਆਸਟ੍ਰੇਲੀਅਨ ਡਾਲਰਸ, ਜੋ ਇੰਡੀਅਨ ਰੁਪੀਸ ਦੇ ਵਿੱਚ ਅਪਰੋਕਸੀਮੇਟਲੀ ਆ ਜਾਂਦੀ ਹੈ ਜੀ ਅਰਾਊਂਡ 33,000 ਟੂ 35,000 ਰੁਪੀਸ ਦੇ ਵਿੱਚ। So it's an expensive test, and I suggest that you should be prepared enough before attempting. And OET exam ਦੀ frequency ਕਿ ਕਿੰਨੀ ਵਾਰ OET ਦਾ exam conduct ਕੀਤਾ ਜਾਂਦਾ ਹੈ। So it's conducted twice every month. ਇਹ ਮਹੀਨੇ ਵਿੱਚ ਸਿਰਫ 2 ਵਾਰੀ conduct ਕੀਤਾ ਜਾਂਦਾ ਹੈ ਜੀ। That is ਸਾਲ ਵਿੱਚ ਕਹਿ ਲਓ 24 times ਹੀ ਇਹ ਟੈਸਟ ਕੰਡਕਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਟੈਸਟ ਕਿਸੇ ਹੋਰ ਡੇਟਸ ਤੇ ਕੰਡਕਟ ਨਹੀਂ ਕੀਤਾ ਜਾਂਦਾ। ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ IELTS PT ਜੋ ਇੰਗਲਿਸ਼ ਲੈਂਗੁਏਜ ਐਗਜ਼ਾਮਸ ਨੇ, ਇਹਨਾਂ ਦੀ ਆਲਮੋਸਟ ਐਵਰੀ ਡੇ ਆਫ ਦਾ ਮੰਥ ਇਹਨਾਂ ਦੀ ਐਗਜ਼ਾਮ ਡੇਟਸ ਅਵੇਲੇਬਲ ਹੁੰਦੀਆਂ ਨੇ, ਪਰ OET ਸਿਰਫ ਮਹੀਨੇ ਵਿੱਚ 2 ਵਾਰੀ ਹੀ ਕੰਡਕਟ ਹੁੰਦਾ ਹੈ, in the first part of the month and in the last part of the month. So ਇੱਕ ਇੰਪੋਰਟੈਂਟ ਚੀਜ਼ ਹੈ ਜੋ ਨੋਟ ਕਰਨ ਵਾਲੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ OET ਐਗਜ਼ਾਮ ਰਿਜ਼ਲਟ। ਤੋਂ ਜਦ ਤੁਸੀਂ ਆਪਣਾ OET ਐਗਜ਼ਾਮ ਦਿੰਦੇ ਹੋ ਤਾਂ ਰਿਜ਼ਲਟਸ ਆਉਂਦੇ ਨੇ ਜੀ ਇਨ ਅਰਾਊਂਡ 15 to 20 ਬਿਜ਼ਨਸ ਡੇਜ਼। ਇਸ ਦੇ ਵਿੱਚ ਤੁਹਾਡੇ ਰਿਜ਼ਲਟਸ ਡਿਸਪਲੇ ਕਰ ਦਿੱਤੇ ਜਾਂਦੇ ਨੇ, ਐਂਡ ਇਹ ਤੁਹਾਡੇ ਘਰ ਪੋਸਟ ਵੀ ਕੀਤੇ ਜਾਂਦੇ ਨੇ ਰਿਜ਼ਲਟਸ। ਇਹ ਇਸ ਦੀ ਫੀਸ ਤੁਹਾਡੇ ਐਗਜ਼ਾਮ ਫੀਸ ਦੇ ਵਿੱਚ ਹੀ ਇਨਕਲੂਡਡ ਹੁੰਦੀ ਹੈ। ਐਂਡ ਇਹ ਹੈ ਜੀ OET ਦੇ ਐਗਜ਼ਾਮ ਡਿਟੇਲਸ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ OET ਕਰਨ ਦੇ ਬੈਨੀਫਿਟਸ ਕੀ ਨੇ। ਸੋ ਸਭ ਤੋਂ ਵੱਡਾ ਬੈਨੀਫਿਟ ਹੈ ਜੀ, ਅਗਰ ਤੁਸੀਂ ਮੈਡੀਕਲ ਪ੍ਰੋਫੈਸ਼ਨ ਨੂੰ ਬਿਲੋਂਗ ਕਰਦੇ ਹੋ ਤਾਂ OET ਤੁਹਾਡੀ ਬੈਸਟ ਬੈਟ ਹੈ। ਇੰਸਟੈਡ ਆਫ ਗਿਵਿੰਗ ਅਦਰ ਮੈਡੀਕਲ ਅਦਰ ਇੰਗਲਿਸ਼ ਲੈਂਗੁਏਜ ਟੈਸਟ, ਫॉर एग्जांपल IELTS ਔਰ PTE, ਅਸੀਂ ਸੁਜੈਸਟ ਕਰਾਂਗੇ ਕਿ OET ਟੈਸਟ ਤੁਹਾਡੇ ਵਾਸਤੇ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ, ਕਿਉਂਕਿ ਇਹ ਡਾਇਰੈਕਟਲੀ ਮੈਡੀਕਲ ਫੀਲਡ ਨਾਲ ਰਿਲੇਟਡ ਹੁੰਦਾ ਹੈ। ਜਦ ਤੁਸੀਂ ਮੈਡੀਕਲ ਫੀਲਡ ਦੇ ਵਿੱਚ ਆਪਣੀ ਪ੍ਰੋਫੀਸ਼ੀਐਂਸੀ ਪ੍ਰੂਵ ਕਰ ਦਿੰਦੇ ਹੋ, ਇਸ ਤੋਂ ਬਾਅਦ ਤੁਹਾਨੂੰ ਕੋਈ ਮੈਡੀਕਲ ਜਾਂ ਕੋਈ ਇੰਗਲਿਸ਼ ਟੈਸਟ ਲੈਣ ਦੀ ਜ਼ਰੂਰਤ ਨਹੀਂ ਰਹਿੰਦੀ। ਸੋ ਇੱਕ ਬਹੁਤ ਵੱਡਾ ਬੈਨੀਫਿਟ ਹੈ ਜੀ OET ਅਟੈਂਪਟ ਕਰਨ ਲਈ। ਉਸ ਤੋਂ ਬਾਅਦ ਆਉਂਦਾ ਕਿ ਲਰਨ ਦ ਲੈਂਗੁਏਜ ਸਕਿੱਲਸ ਨੀਡਿੰਗ ਇਨ ਅ ਹੈਲਥ ਕੇਅਰ ਜੌਬ। ਓਕੇ, ਜਦ ਤੁਸੀਂ ਇੱਕ ਹੈਲਥ ਕੇਅਰ ਪ੍ਰੋਫੈਸ਼ਨ ਦੇ ਵਿੱਚ ਹੋ ਤਾਂ ਉਸ ਵਿੱਚ ਅਗਰ ਇੰਗਲਿਸ਼ ਸਪੀਕਿੰਗ ਕੰਟਰੀਜ਼ ਵਿੱਚ ਜਾ ਰਹੇ ਹੋ ਤਾਂ ਡੈਫੀਨੇਟਲੀ ਉੱਥੇ ਕਨਵਰਸੇਸ਼ਨ ਵੀ ਇੰਗਲਿਸ਼ ਵਿੱਚ ਹੀ ਹੋਣੀ ਹੈ। ਤਾਂ ਉਸ ਕਰਕੇ OET ਅਟੈਂਪਟੇਸ਼ਨ, OET ਕਲਾਸਿਸ ਦੇ ਨਾਲ ਤੁਸੀਂ ਇਹ ਜੋ ਇੰਪੋਰਟੈਂਟ ਲੈਂਗੁਏਜ ਸਕਿੱਲਸ ਨੇ, ਇਹਨਾਂ ਨੂੰ ਤੁਸੀਂ ਇਹਨਾਂ ਨੂੰ ਪੋਲਿਸ਼ ਕਰ ਸਕਦੇ ਹੋ, ਇਹਨਾਂ ਵਿੱਚ ਇੰਪਰੂਵ ਕਰ ਸਕਦੇ ਹੋ। ਤਾਂ ਉਹ ਤੁਹਾਡੇ ਚਾਂਸਸ ਇੰਪਰੂਵ ਕਰਦਾ ਹੈ ਕਿ ਤੁਸੀਂ OET ਦੇ ਵਿੱਚ ਚੰਗਾ ਸਕੋਰ ਕਰੋ। OET ਤੁਹਾਡਾ ਰਾਹ ਖੋਲਦਾ ਹੈ ਜੀ ਫॉर ਰਜਿਸਟਰਿੰਗ ਐਂਡ ਪ੍ਰੈਕਟਿਸਿੰਗ ਇਨ ਐਨ ਇੰਗਲਿਸ਼ ਸਪੀਕਿੰਗ ਕੰਟਰੀ। ਅਗਰ ਤੁਸੀਂ OET ਅਟੈਂਪਟ ਕਰਦੇ, ਅਗਰ ਤੁਸੀਂ OET ਐਗਜ਼ਾਮ ਕਲੀਅਰ ਕਰ ਲੈਂਦੇ ਹੋ, ਇਹ ਤੁਹਾਡਾ ਪਹਿਲੀ ਪੌੜੀ ਹੁੰਦੀ ਹੈ ਜੋ ਤੁਹਾਡੀ OET ਰਜਿਸਟ੍ਰੇਸ਼ਨ ਦੇ ਤੁਹਾਨੂੰ ਕਰੀਬ ਲੈ ਜਾਂਦੀ ਹੈ। ਉਸ ਤੋਂ ਬਾਅਦ OET ਇਜ਼ ਕੰਪੈਰੀਟਿਵਲੀ ਈਜ਼ੀਅਰ ਟੂ ਹੈਂਡਲ ਐਜ਼ ਕੰਪੇਅਰ ਟੂ IELTS। ਬਿਲਕੁਲ ਸੁਭਾਵਿਕ ਗੱਲ ਹੈ ਜੀ, ਅਗਰ ਤੁਸੀਂ ਇੱਕ ਮੈਡੀਕਲ ਪ੍ਰੋਫੈਸ਼ਨ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕੀ ਵੋਕੈਬਲਰੀ ਯੂਜ਼ ਕੀਤੀ ਜਾਂਦੀ ਹੈ, ਕੀ ਟਰਮੀਨੋਲੋਜੀ ਯੂਜ਼ ਕੀਤੀ ਜਾਂਦੀ ਹੈ, ਉਸ ਚੀਜ਼ ਨੂੰ ਸਮਝਣਾ ਇੱਕ ਲੇਮੈਨ ਨਾਲੋਂ, ਇੱਕ ਆਮ ਬੰਦੇ ਨਾਲੋਂ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਈਜ਼ੀ ਕੰਮ ਹੈ। ਇਸ ਕਰਕੇ ਐਂਡ ਸਿੰਸ OET ਦਾ ਪੈਟਰਨ ਹੀ ਸਾਰਾ ਹੈਲਥ ਕੇਅਰ ਟੌਪਿਕਸ ਤੇ ਬੇਸਡ ਹੁੰਦਾ ਹੈ, ਤਾਂ ਤੁਹਾਡੇ ਵਾਸਤੇ ਇਹ ਚੀਜ਼ ਅਟੈਂਪਟ ਕਰਨੀ ਬਹੁਤ ਹੀ ਸੌਖੀ ਹੋ ਜਾਂਦੀ ਹੈ। ਸੋ ਇਸ ਕਰਕੇ IELTS ਤੋਂ ਕੰਪੈਰੀਟਿਵਲੀ ਕਾਫੀ ਈਜ਼ੀ ਰਹਿੰਦੀ ਹੈ ਹੈਲਥ ਕੇਅਰ ਪ੍ਰੋਫੈਸ਼ਨਲਸ ਲਈ। ਸੋ ਇੱਕ ਅਨਦਰ ਇੱਕ ਫੈਕਟਰ ਹੈ ਜੋ ਬੈਨੀਫੀਸ਼ੀਅਲ ਫੈਕਟਰ ਹੈ ਕਿ ਲੋਕਾਂ ਨੂੰ OET, ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਐਟਲੀਸਟ OET ਅਟੈਂਪਟ ਕਰਨਾ ਚਾਹੀਦਾ ਹੈ। ਓਕੇ, ਸੋ OET ਦਾ ਹੋਰ ਬੈਨੀਫਿਟ ਕੀ ਹੈ ਕਿ ਅਗਰ ਤੁਸੀਂ ਕਿਸੇ ਨਵੀਂ ਕੰਟਰੀ ਦੇ ਵਿੱਚ ਮੂਵ ਆਊਟ ਹੋਣਾ ਚਾਹੁੰਦੇ ਹੋ ਤਾਂ ਇਟ ਫੈਮਿਲਰਾਈਜ਼ ਵਿਦ ਯੂ ਕਸਟਮਸ ਐਂਡ ਐਟੀਕੇਟਸ ਆਫ ਦ ਨਿਊ ਕੰਟਰੀ। ਕਿਉਂਕਿ ਜੋ ਵੀ ਆਪਾਂ ਟੈਂਪਲੇਟਸ ਕਰਦੇ ਹਾਂ, ਜੋ ਵੀ ਆਪਾਂ ਸਪੀਕਿੰਗ ਸਿਚੁਏਸ਼ਨਸ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ, ਉਹ ਸਾਰੀਆਂ ਕੰਟਰੀ ਸਪੈਸੀਫਿਕ ਹੁੰਦੀਆਂ, ਫॉर एग्जांपल UK, ਅਮਰੀਕਾ, ਕੈਨੇਡਾ। ਸੋ ਇੱਕ ਨਵੀਂ ਕੰਟਰੀ ਦਾ ਹੈਲਥ ਕੇਅਰ ਕਿਸ ਤਰੀਕੇ ਨਾਲ ਕੰਮ ਕਰਦਾ ਹੈ, ਕਿਸ ਤਰੀਕੇ ਦੇ ਐਟੀਕੇਟਸ ਜਾਂ ਕਸਟਮਸ ਉੱਥੇ ਫੋਲੋ ਕੀਤੇ ਜਾਂਦੇ ਨੇ, ਸੋ OET ਦੇ ਰਾਹੀਂ ਤੁਸੀਂ ਪਹਿਲਾਂ ਹੀ ਇਸ ਚੀਜ਼ ਨਾਲ ਫੈਮਿਲਰਾਈਜ਼ ਹੋ ਜਾਂਦੇ ਹੋ। ਇਸ ਕਰਕੇ ਤੁਹਾਨੂੰ ਇੱਕ ਨਵੀਂ ਕੰਟਰੀ ਦੇ ਵਿੱਚ ਜਾਣ ਵਾਸਤੇ, ਉੱਥੋਂ ਦੇ ਹੈਲਥ ਕੇਅਰ ਪ੍ਰੋਫੈਸ਼ਨ ਦੇ ਵਿੱਚ ਢਲਣ ਵਾਸਤੇ ਪਹਿਲਾਂ ਹੀ ਇੱਕ ਫਾਊਂਡੇਸ਼ਨ ਰੈਡੀ ਕਰਕੇ ਦੇ ਦਿੰਦਾ ਹੈ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬੈਨੀਫਿਟ ਹੈ ਜੀ OET ਦਾ।
ਐਂਡ ਅਗਰ ਤੁਸੀਂ ਵੀ ਕੋਈ ਹੈਲਥ ਪ੍ਰੋਫੈਸ਼ਨਲ ਹੋ ਐਂਡ ਅਗਰ ਤੁਹਾਡੇ ਮਨ ਦੇ ਵਿੱਚ OET ਨੂੰ ਲੈ ਕੇ ਕੋਈ ਵੀ ਹੋਰ ਡਾਊਟ ਅਗਰ ਹੈ ਇਸ ਵੀਡੀਓ ਤੋਂ ਬਾਅਦ, ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਕੰਟੈਕਟਸ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਐਂਡ OET ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ। ਇਸ ਦੇ ਨਾਲ ਅਸੀਂ ਦੱਸਣਾ ਚਾਹਾਂਗੇ ਕਿ ਸੀਬਰਡ ਐਜੂਕੇਅਰ ਲੁਧਿਆਣਾ ਬ੍ਰਾਂਚ ਦੇ ਵਿੱਚ OET ਦੀਆਂ ਆਫਲਾਈਨ ਐਜ਼ ਵੈਲ ਐਜ਼ ਆਨਲਾਈਨ ਕਲਾਸਿਸ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਐਂਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਤੁਸੀਂ ਸਾਡੇ ਨਾਲ ਆਪਣਾ ਡੈਮੋ ਸੈਸ਼ਨ ਬੁੱਕ ਕਰ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਕੰਟੈਕਟਸ ਤੇ ਐਂਡ ਸਾਡੇ ਨਾਲ ਆਪਣੀਆਂ ਕਲਾਸਿਸ ਅਟੈਂਪਟ ਕਰ ਸਕਦੇ ਹੋ ਐਂਡ ਅਸੀਂ ਗਾਰੰਟੀ ਲੈਂਦੇ ਹਾਂ ਕਿ OET ਕਲਾਸਿਸ ਦੇ ਥਰੂ ਸਾਡੀਆਂ OET ਕਲਾਸ ਦੇ ਥਰੂ ਤੁਸੀਂ ਆਪਣਾ OET ਐਗਜ਼ਾਮ ਪਹਿਲੇ ਅਟੈਂਪਟ ਵਿੱਚ ਹੀ ਕਲੀਅਰ ਕਰ ਸਕੋਗੇ। ਇਸ ਦੇ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਹੈੱਡ ਆਫਿਸ ਸੀਬਰਡ ਐਜੂਕੇਟ ਢਿੱਲੋਂ ਬ੍ਰਾਂਚ ਦੇ ਵਿੱਚ ਵੀ ਕੰਟੈਕਟ ਕਰ ਸਕਦੇ ਹੋ ਐਂਡ ਫਰਦਰ ਇਨਫੋਰਮੇਸ਼ਨ ਵਾਸਤੇ ਸਾਡੀਆਂ YouTube ਚੈਨਲ ਜ਼ਰੂਰ ਵਿਜ਼ਿਟ ਕਰੋ ਜਿਸ ਦੇ ਉੱਪਰ OET ਨੂੰ ਲੈ ਕੇ ਤੁਹਾਨੂੰ ਹੋਰ ਜਾਣਕਾਰੀ ਮਿਲੇ। ਧੰਨਵਾਦ।